ਉਹੀ ਗੱਲ ਹੈ ਕਿ ਜਦੋਂ ਇੱਥੇ ਓਪਰਚੁਨਿਟੀਜ਼ ਨਹੀਂ ਮਿਲਦੀਆਂ ਹੈਗੀਆਂ, ਬੰਦੇ ਨੂੰ ਕੋਈ ਨਹੀਂ ਆਪਣਾ ਫਿਊਚਰ ਹੈ ਜਿਹੜਾ ਸੇਫ ਦਿਖਦਾ, ਤੇ ਉਹਨਾਂ ਨੂੰ ਇਹ ਰਸਤਾ ਈਜ਼ੀ ਲੱਗਦਾ। ਕਾਫੀ ਕੰਟਰੀਜ਼ ਆ ਜਿਹੜੀਆਂ ਆਪਣੇ ਯੂਥ ਨੂੰ ਰੁਜ਼ਗਾਰ ਦੇ ਰਹੀਆਂ, ਤਾਂ ਉਹਨਾਂ ਨੂੰ ਉਹ ਚੀਜ਼ ਈਜ਼ੀ ਲੱਗਦੀ ਹੈ, ਤੇ ਉਹਨਾਂ ਨੂੰ ਲੱਗਦਾ ਕਿ ਇਹ ਕਰਕੇ ਜਿੱਦਾਂ ਬਾਕੀ ਸਾਡੇ ਵੱਡੇ ਭੈਣ ਭਰਾ ਜਾਂ ਕਜ਼ਨ ਜਾ ਕੇ ਸੈੱਟ ਹੋਏ, ਤੇ ਅਸੀਂ ਵੀ ਹੋਈਏ। ਤਾਂ ਵਿਜ਼ਨ ਇਹੀ ਹੁੰਦਾ ਕਿ ਇੰਸਟੀਟਿਊਟ ਅੰਦਰ ਇੱਕ ਚੰਗਾ ਇਨਫਰਾਸਟਰਕਚਰ ਹੈਗਾ, ਚੰਗੀ ਇਹਨਾਂ ਦੀ ਟੀਮ ਹੈਗੀ ਆ, ਤੇ ਮੈਂ ਇਹੀ ਉਮੀਦ ਕਰਦਾ ਤੇ ਇਹੀ ਦੁਆਵਾਂ ਇਹਨਾਂ ਨੂੰ ਦੇ ਕੇ ਜਾਂਦਾ ਕਿ ਆਪਣਾ ਕੰਮ ਹੈ ਜਿਹੜਾ ਬਹੁਤ ਓਨੈਸਟੀ ਨਾਲ ਕਰਨ। ਤੁਹਾਨੂੰ ਜਿਹੜੀ ਹੈ ਇੱਕ ਪਹਿਲ ਇਹ ਕਿਉਂ ਕਰਨੀ ਪਈ ਕਿ ਅਸੀਂ ਵੀ ਇੱਕ ਇੰਸਟੀਚਿਊਟ ਓਪਨ ਕਰਨਾ ਹੈ? ਸਾਡਾ ਵਿਜ਼ਨ ਹੀ ਇਹੀ ਹੈ ਕਿ ਅਸੀਂ ਜਿਹੜੇ ਲੋਕੀ ਪੜ੍ਹਨਾ ਚਾਹੁੰਦੇ, ਅੱਗੇ ਜਾ ਕੇ ਬਾਹਰ ਪੜ੍ਹਨਾ ਚਾਹੁੰਦੇ ਆ, ਉਹਨਾਂ ਨੂੰ ਉਹ ਪਲੇਟਫਾਰਮ ਨਹੀਂ ਮਿਲਿਆ ਅੱਜ ਤੱਕ। ਜੋ ਆਪਾਂ ਕਿਤਾਬੀ ਪੜ੍ਹਾਈ ਕਰਾ ਲੈਂਦੇ ਆ, ਉਹਨਾਂ ਦਾ ਜੋ ਪ੍ਰੋਸਪੈਕਟ ਹੈ ਉਹ ਉੱਥੇ ਹੀ ਰਹਿ ਜਾਂਦਾ ਆ। ਪਰ ਮੈਂ ਚਾਹੁੰਦਾ ਕਿ ਉਹਨਾਂ ਨੂੰ ਅਸੀਂ ਉਹ ਇਨਵਾਇਰਨਮੈਂਟ ਦੇਈਏ ਕਿ ਉਹ ਆਪਣੀ ਓਵਰਆਲ ਪਰਸਨੈਲਿਟੀ ਨੂੰ ਅੱਗੇ ਲੈ ਕੇ ਜਾਣ। ਤੁਹਾਡੇ ਵੱਲੋਂ ਬੱਚਿਆਂ ਦੇ ਲਈ ਕੀ ਕੁਝ ਵਿਲੱਖਣ ਹੈ, ਵੱਖਰਾ ਕੀ ਕੁਝ ਹੈ? ਬਸ ਸਾਡੇ ਇੰਸਟੀਟਿਊਟ ਵਿੱਚ ਫਸਟ ਆਫ ਆਲ ਹਮਾਰਾ ਜੋ ਨਾਮ ਹੈ ਉਹ ਹੈ ਈਵੈਲਕਿਨ ਇੰਸਟੀਟਿਊਟ ਆਫ ਇਮੀਗ੍ਰੇਸ਼ਨ ਐਂਡ ਫੋਰਨ ਲੈਂਗੁਏਜਸ। ਤਾਂ ਇੱਥੇ ਅਸੀਂ ਜੋ ਕੋਸ਼ਿਸ਼ ਕਰ ਰਹੇ ਹਾਂ ਉਹ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਾ ਜਿਹੜਾ ਵੀਕ ਹੈ, ਜਿਹਨੂੰ ਇੰਗਲਿਸ਼ ਨਹੀਂ ਪਤਾ, ਪਰ ਕਾਲਜਾਂ ਵਿੱਚ ਜਿੰਨੇ ਵੀ ਉਹ ਪੜ੍ਹ ਕੇ ਆ ਚੁੱਕੇ ਨੇ, ਬਟ ਫਿਰ ਵੀ ਉਹਦਾ ਬੇਸ ਸਟਰੋਂਗ ਨਹੀਂ ਹੈਗਾ, ਤਾਂ ਮੈਂ ਉਹਨਾਂ ਦੇ ਉੱਤੇ ਇੱਕ ਤਾਂ ਫੇਸ ਟੂ ਫੇਸ ਉਹਨਾਂ ਦਾ ਮੌਕ ਟੈਸਟ ਹੋਣਗੇ। ਜਿਹੜਾ ਵੀਕ ਸੈਸ਼ਨ ਅਸੀਂ ਅਲੱਗ ਕਰ ਦੇਣਾ, ਐਡਵਾਂਸ ਅਲੱਗ ਹੋ ਗਈ ਐਜੂਕੇਸ਼ਨ ਆਪਣੇ ਦੀ। ਇਸ ਅਕੋਰਡਿੰਗ ਅਸੀਂ ਕੈਟਾਗਰੀ ਡਿਵਾਈਡ ਕੀਤੀ ਉਹਨਾਂ ਦੀ, ਤਾਂ ਕਿ ਉਹ ਆਪਣੇ ਫੇਸ ਟੂ ਫੇਸ ਸਾਡੇ ਨਾਲ ਗੱਲ ਕਰ ਸਕੀਏ, ਜੋ ਵੀ ਇਹਨਾਂ 'ਚ ਕਮੀਆਂ ਹੈਗੀਆਂ ਅਸੀਂ ਉਹਨੂੰ ਦੂਰ ਕਰ ਸਕੀਏ। ਕਈ ਬੱਚੇ ਬਹੁਤ ਪੜ੍ਹ ਚੁੱਕੇ ਹੋਣਗੇ, ਦਿਨ ਰਾਤ ਪੜ੍ਹਦੇ ਹੋਣਗੇ, ਇੱਕੋ ਕਿਤਾਬਾਂ ਨੂੰ ਰੱਟੇ ਲਾਏ ਹੋਣਗੇ, ਪਰ ਜਦੋਂ ਪੇਪਰ ਆਉਂਦਾ ਹੈ ਤਾਂ ਉਹਦੇ ਵਿੱਚੋਂ 4 ਬੈਂਡ, 5.5 ਬੈਂਡ ਤੇ 5 ਬੈਂਡ 'ਤੇ ਸਿਮਟ ਕੇ ਰਹਿ ਜਾਂਦਾ ਹੈ। ਤਾਂ ਕੀ ਕਾਰਨ ਕੀ ਰਹਿੰਦਾ ਹੈ? ਬੱਚੇ ਉਹ ਜਾਂ ਤਾਂ ਜੋ ਇੰਸਟੀਟਿਊਟ 'ਚ ਪੜ੍ਹਾਇਆ ਜਾਂਦਾ ਉਸ ਕਿਤਾਬਾਂ ਤੱਕ ਸਿਮਟ ਕੇ ਰਹਿ ਜਾਂਦਾ, ਉਹਨਾਂ ਨੂੰ ਬਾਹਰਲੀ ਗ੍ਰਾਮਰ ਬਾਰੇ ਦੱਸਿਆ ਹੀ ਨਹੀਂ ਜਾਂਦਾ। ਬਿਲਕੁਲ, ਜੋ ਮੈਂ ਚੀਜ਼ ਦੇਖੀ ਆ ਸੋਸਾਇਟੀ ਵਿੱਚ, ਮਾਰਕੀਟ ਦੇ ਵਿੱਚ, ਉਹ ਇਹ ਹੈ ਕਿ ਉਹਨੂੰ ਜ਼ਿਆਦਾਤਰ ਕਿਤਾਬੀ ਜਿਹੜੀ ਪੜ੍ਹਾਈ ਕਰਾਈ ਜਾਂਦੀ ਉਹਨਾਂ ਨੂੰ, ਤਾਂ ਕਿ ਉਹ ਸਿਰਫ ਉਹਨਾਂ ਨੂੰ ਬੈਂਡਸ ਲਾ ਕੇ ਦਿੱਤੇ ਜਾਣ। ਪਰ ਜੋ ਮੈਂ ਮੰਨਦਾ ਹਾਂ, ਜੋ ਮੈਂ ਖੁਦ ਸਟੱਡੀ ਕੀਤੀ, ਉਹ ਇਹ ਹੈ ਕਿ ਉਹਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਣੀ ਚਾਹੀਦੀ ਹੈ। ਵੀ ਜਿਹੜੇ ਵੀਕ ਸਟੂਡੈਂਟਸ ਇਹਨਾਂ 'ਤੇ ਦੇਖੀਏ ਉਹਨਾਂ ਦੀ ਗ੍ਰਾਮਰ ਸਟਰੋਂਗ ਹੈ, ਬੇਸ ਸਟਰੋਂਗ ਹੈ ਕਿ ਨਹੀਂ ਹੈ, ਅਸੀਂ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਡਿਵਾਈਡ ਕਰਾਂਗੇ। ਇੱਕ ਬੇਸਿਕ ਵਿੱਚ, ਐਡਵਾਂਸ ਵਿੱਚ ਇੱਕ ਪ੍ਰੋ ਚਲੇ ਜਾਣਗੇ ਉਹਦੇ ਵਿੱਚ, ਅਤੇ ਸਾਡੇ ਕੋਲ ਟੀਚਰ ਜਿਹੜੇ ਹੈਗੇ ਉਹ ਉਹਨਾਂ 'ਚ ਇੰਡੀਵਿਜੂਅਲੀ ਵਰਕ ਵੀ ਕਰਨਗੇ ਉਹਦੇ ਵਿੱਚ। ਬਹੁਤ ਕੰਪੀਟੀਸ਼ਨ ਦਾ ਜ਼ਮਾਨਾ ਹੈ ਅੱਜ ਕੱਲ੍ਹ, ਤਾਂ ਫਿਰ ਇਹ ਸਰਵਾਈਵ ਕਰਨਾ ਥੋੜ੍ਹਾ ਔਖਾ ਲੱਗਾ ਜਾਂ ਫਿਰ ਠੀਕ ਹੈ ਕਿ ਅਸੀਂ ਕਰ ਲਵਾਂਗੇ? ਨਹੀਂ, ਇੱਦਾਂ ਔਖਾ ਤਾਂ ਕੁਝ ਵੀ ਨਹੀਂ ਸੀ। ਅਸੀਂ ਬਹੁਤ ਚਿਰ ਤੋਂ ਅਸੀਂ ਸੋਚ ਰਹੇ ਸੀ ਕਿ ਆਪਾਂ ਖੁਦ ਦਾ ਸੈਂਟਰ ਰਨ ਕਰਨਾ ਹੈ। ਦੇਖੋ, ਜਿਹੜੇ ਮੇਰੇ ਇੰਪਲੋਈਜ਼ ਮੇਰੇ ਨਾਲ ਪਹਿਲੇ ਕੰਮ ਕਰ ਚੁੱਕੇ ਹੈ ਬਿਜ਼ਨਸ ਆਊਟਸੋਰਸਿੰਗ ਦੇ ਵਿੱਚ, ਤਾਂ ਮੈਂ ਉਹਨਾਂ ਨੂੰ ਵੀ ਟ੍ਰੇਨ ਕਰਦਾ ਰਿਹਾ ਇੰਗਲਿਸ਼ ਲਈ, ਫॉर ਅਮਰੀਕਨ ਇੰਗਲਿਸ਼ ਲਈ। ਕਈ ਵਾਰ ਕੀ ਹੁੰਦਾ, ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਉਹ ਬੱਚਾ ਬਿਲਕੁਲ ਟੁੱਟ ਜਾਂਦਾ ਹੈ ਨਾ, ਔਰ ਕਈ ਏਜੰਟ ਇਹ ਕਹਿ ਦਿੰਦੇ ਨੇ ਕਿ ਅਸੀਂ 5.5 ਵਿੱਚ ਵੀ ਤੁਹਾਡੀ ਜਿਹੜੀ ਫਾਈਲ ਲਾਵਾਂਗੇ ਔਰ ਤੁਹਾਨੂੰ ਵੀਜ਼ਾ ਦਿਵਾਵਾਂਗੇ। ਕਿ ਤੁਸੀਂ ਵੀ ਕੁਛ ਇੱਦਾਂ ਦਾ ਲਾਲਚ ਦਿਓਗੇ, ਜਾਂ ਫਿਰ ਤੁਸੀਂ ਵੀ ਕਦੇ ਐਂ ਕਹੋਗੇ ਕਿ ਅਸੀਂ 5.5 ਵੀਜ਼ਾ ਲੈ ਕੇ ਦੇਵਾਂਗੇ, ਜਾਂ ਫਿਰ 5.5 ਨਹੀਂ ਫਾਈਲ ਲੱਗਦੀ? ਬਹੁਤ ਖਬਰਾਂ ਆਉਂਦੀਆਂ ਆਏ ਦਿਨ ਕਿ ਉਹਨਾਂ ਨੇ ਇੰਨੇ ਪੈਸੇ ਲੈ ਲਏ ਜੀ, ਸਾਨੂੰ ਬਾਹਰ ਨਹੀਂ ਭੇਜਿਆ, ਬਹੁਤ ਪਰੇਸ਼ਾਨ ਹੁੰਦੇ ਆ, ਆਪਣੇ ਸਭ ਪ੍ਰੋਪਰਟੀ ਉਹ ਗਿਰਵੀ ਰੱਖ ਦਿੰਦੇ ਆ। ਤਾਂ ਅਸੀਂ ਉਹਦੀ ਰਿਸਪੈਕਟ ਕਰਦੇ ਵੀ ਜੇ ਬੰਦਾ ਔਖਾ ਹੋ ਕੇ ਉਸਨੂੰ ਬਾਹਰ ਭੇਜ ਰਿਹਾ ਤਾਂ ਕੋਈ ਨੀਡ ਹੀ ਹੋਗੀ ਉਹਨਾਂ ਦੀ, ਤਾਂ ਅਸੀਂ ਉਹਨਾਂ ਤੋਂ ਕੋਈ ਬੈਨੀਫਿਟ ਨਹੀਂ ਚੁੱਕਾਂਗੇ ਉਸ ਲਈ। ਜੀ ਬਿਲਕੁਲ ਜੀ। ਤਾਂ ਇਹ ਸ਼ੋਰ ਕਰੋਗੇ ਤੁਸੀਂ ਕਿ ਅਸੀਂ ਤੁਹਾਨੂੰ ਰਿਫਿਊਜ਼ਲਾਂ ਤੋਂ ਵੀ ਬਚਾਵਾਂਗੇ, ਕੋਈ ਗਲਤ ਫਾਈਲ ਜਿਹੜੀ ਹੈ ਹੱਥ 'ਤੇ ਜਿਹੜਾ ਕੇਸ ਉਹ ਨਹੀਂ ਲਵਾਂਗੇ? ਸੋ ਫੇਕ ਪ੍ਰੋਮਿਸਿਸ ਸ਼ੁੱਡ ਨਾਟ ਬੀ ਮੇਡ। ਜੋ ਸੱਚ 'ਤੇ ਕੰਮ ਹੁੰਦਾ ਆ ਅਸੀਂ ਉਹੀ ਕੰਮ ਕਰੀਏ ਤਾਂ ਬੈਸਟ ਰਹਿੰਦਾ ਆ। ਸੋ ਮੈਂ ਫਿਰ ਰਿਪੀਟ ਕਰਾਂਗਾ, ਓਨੈਸਟੀ ਇਜ਼ ਦ ਬੈਸਟ ਪੋਲਿਸੀ। ਜੋ ਵੀ ਕੋਈ ਇਸ ਲਾਈਨ ਵਿੱਚ ਹੈ ਉਹ ਸਾਫ਼-ਸਾਫ਼ ਦੱਸਣ ਵੀ ਕਿ ਤੁਸੀਂ ਬਾਹਰ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ, ਉਹਨੂੰ ਪ੍ਰੋਪਰ ਗਾਈਡੈਂਸ ਜ਼ਰੂਰ ਦੇਣੀ ਚਾਹੀਦੀ ਉਹਨਾਂ ਨੂੰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਅਕਸਰ ਪੰਜਾਬ ਦੇ ਜ਼ਿਆਦਾਤਰ ਲੋਕਾਂ ਦੇ ਮੂੰਹੋਂ ਅਸੀਂ ਇਹੀ ਸੁਣਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਹੈ, ਔਰ ਬਹੁਤ ਸਾਰੇ ਜੇਕਰ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਬੱਚੇ ਵੀ ਕਹਿੰਦੇ ਨੇ ਕਿ ਅਸੀਂ 12ਵੀਂ ਤੋਂ ਬਾਅਦ ਆਇਲਸ ਕਰਨੀ ਹੈ ਔਰ ਕੈਨੇਡਾ, ਅਮਰੀਕਾ ਜਾ ਕੇ ਅਸੀਂ ਸੈੱਟ ਹੋ ਜਾਣਾ ਹੈ। ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਵਿਦੇਸ਼ ਜਾਣਾ ਵੀ ਚਾਹੁੰਦੇ ਨੇ, ਕੁਝ ਜਾ ਚੁੱਕੇ ਨੇ, ਔਰ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਕਮੀ ਹੋਣ ਕਰਕੇ ਲੋਕ ਜਿਹੜਾ ਵਿਦੇਸ਼ੀ ਰਾਹ ਚੁਣਦੇ ਨੇ। ਔਰ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਚੰਗਾ ਭਵਿੱਖ, ਚੰਗਾ ਰਾਹ ਮਿਲੇ, ਇਸ ਲਈ
ਬਹੁਤ ਸਾਰੇ ਪੰਜਾਬ ਦੇ ਵਿੱਚ ਇੰਸਟੀਚਿਊਟ ਨੇ, ਪਰ ਅੱਜ ਇੱਕ ਹੋਰ ਇੰਸਟੀਚਿਊਟ ਤੁਹਾਡੇ ਭਵਿੱਖ ਨੂੰ ਉਜਵਲ ਬਣਾਉਣ ਦੇ ਲਈ ਅੱਜ ਓਪਨ ਹੋ ਚੁੱਕਾ। ਬਿਲਕੁਲ ਜੀ, ਜੇਕਰ ਅਸੀਂ ਗੱਲ ਕਰੀਏ ਏਵਲਕਨ ਇੰਸਟੀਚਿਊਟ ਦੀ, ਤਾਂ ਅੱਜ ਲੁਧਿਆਣਾ ਦੇ ਵਿੱਚ ਇੱਕ ਨਵੇਂ ਇੰਸਟੀਚਿਊਟ ਦੀ ਜਿਹੜੀ ਹੈ ਓਪਨਿੰਗ ਹੋ ਚੁੱਕੀ ਹੈ, ਜਿਨ੍ਹਾਂ ਦੇ ਮਾਲਕ ਨੇ ਸੌਰਭ ਰਾਣਾ ਜੀ। ਔਰ ਇਸ ਦੇ ਨਾਲ ਅਸੀਂ ਅੱਜ ਬਹੁਤ ਸਾਰੇ ਗੱਲਾਂ ਬਾਤਾਂ ਕਰਾਂਗੇ ਕਿ ਆਖਿਰਕਾਰ ਇੱਕ ਵਿਲੱਖਣ ਸਟੂਡੈਂਟ ਨੂੰ ਕੀ ਮਿਲੇਗਾ, ਵਿਦਿਆਰਥੀਆਂ ਨੂੰ ਕੀ ਕੁਝ ਨਵਾਂ ਮਿਲੇਗਾ, ਤਾਂ ਕਿ ਬੱਚੇ ਇੱਕ ਉਹਨਾਂ ਤੱਕ ਪਹੁੰਚ ਕਰਨ, ਚੰਗੀ ਪੜ੍ਹਾਈ ਲੈਣ ਔਰ ਉਸ ਤੋਂ ਬਾਅਦ ਵਿਦੇਸ਼ ਜਾ ਕੇ ਆਪਣੇ ਜਿਹੜੇ ਸੁਪਨੇ ਨੇ ਉਹ ਸਾਕਾਰ ਕਰ ਸਕਣ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਡੇਲੀ ਪੋਸਟ ਪੰਜਾਬੀ ਤੇ। ਸਾਡੇ ਨਾਲ ਮੌਜੂਦ ਨੇ ਸੌਰਭ ਰਾਣਾ, ਉਸ ਦੇ ਨਾਲ ਮੌਜੂਦ ਨੇ ਜਸਵਿੰਦਰ ਜੀ। ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਕਿ ਅੱਜ ਇੱਕ ਨਵੀਂ ਪਹਿਲ ਕਦਮੀ ਤੁਸੀਂ ਫਿਰ ਤੋਂ ਕਰ ਰਹੇ ਹੋ ਕਿ ਬਹੁਤ ਸਾਰੇ ਪੰਜਾਬ 'ਚ ਇੰਸਟੀਚਿਊਟ ਹੋਣ ਦੇ ਬਾਵਜੂਦ ਵੀ ਕੁਝ ਵੱਖਰਾ ਲੈ ਕੇ ਆਏ ਹੋ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ। ਔਰ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਵਿਦਿਆਰਥੀਆਂ ਦੇ ਲਈ ਬਹੁਤ ਸਾਰੇ ਆਇਲਸ ਸੈਂਟਰ ਹੈਗੇ ਨੇ, ਬਹੁਤ ਸਾਰੇ ਏਜੰਟ ਨੇ ਜੋ ਕਹਿੰਦੇ ਕਿ ਸਾਡੇ ਕੋਲ ਆਓ, ਅਸੀਂ ਤੁਹਾਨੂੰ ਬਾਹਰ ਭੇਜਾਂਗੇ, ਔਰ ਤੁਹਾਨੂੰ ਜਿਹੜੀ ਹੈ ਇੱਕ ਪਹਿਲ ਇਹ ਕਿਉਂ ਕਰਨੀ ਪਈ ਕਿ ਅਸੀਂ ਵੀ ਇੱਕ ਇੰਸਟੀਚਿਊਟ ਓਪਨ ਕਰਨਾ ਹੈ? Well, first of all, I am very thankful to all of you that you are a part of our promotions over here. Well, ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਕਿ ਪਹਿਲਾਂ ਹੀ ਇੱਥੇ ਹੋਰ ਸੈਂਟਰਸ ਵੀ ਰਨ ਹੋ ਰਹੇ ਨੇ ਜੀ, ਉਹ ਆਪਣਾ ਖੁਦ ਦਾ ਇੱਕ ਬਹੁਤ ਅੱਛਾ ਇੱਕ ਪਾਰਟ ਸ਼ੋ ਕਰ ਰਹੇ ਨੇ ਫॉर ਸਟੂਡੈਂਟਸ ਕੇ ਲਈ। ਬਟ ਜੋ ਅਸੀਂ ਆਪਾਂ ਇੱਥੇ ਅੱਜ ਸ਼ੁਰੂ ਕੀਤਾ ਹੈ, ਸਾਡਾ ਵਿਜ਼ਨ ਹੀ ਇਹੀ ਹੈ ਕਿ ਅਸੀਂ ਜਿਹੜੇ ਲੋਕੀ ਪੜ੍ਹਨਾ ਚਾਹੁੰਦੇ, ਅੱਗੇ ਜਾ ਕੇ ਬਾਹਰ ਪੜ੍ਹਨਾ ਚਾਹੁੰਦੇ ਆ, ਉਹਨਾਂ ਨੂੰ ਉਹ ਪਲੇਟਫਾਰਮ ਨਹੀਂ ਮਿਲਿਆ ਅੱਜ ਤੱਕ। ਜੋ ਆਪਾਂ ਕਿਤਾਬੀ ਪੜ੍ਹਾਈ ਕਰਾ ਲੈਂਦੇ ਆ, ਉਹਨਾਂ ਦਾ ਜੋ ਪ੍ਰੋਸਪੈਕਟ ਹੈ ਉਹ ਉੱਥੇ ਹੀ ਰਹਿ ਜਾਂਦਾ ਆ। ਪਰ ਮੈਂ ਚਾਹੁੰਦਾ ਕਿ ਉਹਨਾਂ ਨੂੰ ਅਸੀਂ ਉਹ ਇਨਵਾਇਰਨਮੈਂਟ ਦੇਈਏ ਕਿ ਉਹ ਆਪਣੀ ਓਵਰਆਲ ਪਰਸਨੈਲਿਟੀ ਨੂੰ ਅੱਗੇ ਲੈ ਕੇ ਜਾਣ, ਤਾਂ ਕਿ ਇਨ ਫਿਊਚਰ ਦੇ ਵਿੱਚ ਜੇ ਉਹ ਬਾਹਰ ਜਾਂਦੇ ਵੀਜ਼ਾ ਲਾ ਕੇ ਕੈਨੇਡਾ, UK ਜਾਂ USA, ਉਹਨਾਂ ਦੇ ਡੇਲੀ ਲਾਈਫ ਦੇ ਵਿੱਚ ਉਹ ਇੰਗਲਿਸ਼ ਜਿਹੜੀ ਹੈ ਜੋ ਇੱਥੋਂ ਸਿੱਖ ਕੇ ਜਾਣਗੇ, ਉਹ ਪੂਰੀ ਹੈਲਪਫੁਲ ਹੋਵੇ ਉਹਨਾਂ ਲਈ। ਬਹੁਤ ਸਾਰੇ ਸੈਂਟਰ ਪਹਿਲਾਂ ਆਲਰੇਡੀ ਬੱਚਿਆਂ ਨੂੰ ਸਿਖਾ ਰਹੇ ਨੇ, ਕਲਾਸਾਂ ਲੱਗ ਰਹੀਆਂ ਨੇ। ਤੁਹਾਡੇ ਵੱਲੋਂ ਬੱਚਿਆਂ ਦੇ ਲਈ ਕੀ ਕੁਝ ਵਿਲੱਖਣ ਹੈ, ਵੱਖਰਾ ਕੀ ਕੁਝ ਹੈ? ਵੈਲ, ਸਾਡੇ ਇੰਸਟੀट्यूट ਵਿੱਚ ਫਸਟ ਆਫ ਆਲ ਹਮਾਰਾ ਜੋ ਨਾਮ ਹੈ ਉਹ ਹੈ ਈਵਲਕਨ ਇੰਸਟੀट्यूट ਆਫ ਇਮੀਗ੍ਰੇਸ਼ਨ ਐਂਡ ਫੋਰਨ ਲੈਂਗੁਏजेस। ਤਾਂ ਇੱਥੇ ਅਸੀਂ ਜੋ ਕੋਸ਼ਿਸ਼ ਕਰ ਰਹੇ ਹਾਂ ਉਹ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਾ ਜਿਹੜਾ ਵੀਕ ਹੈ, ਜਿਹਨੂੰ ਇੰਗਲਿਸ਼ ਨਹੀਂ ਪਤਾ, ਪਰ ਕਾਲਜਾਂ ਵਿੱਚ ਜਿੰਨੇ ਵੀ ਉਹ ਪੜ੍ਹ ਕੇ ਆ ਚੁੱਕੇ ਨੇ, ਬਟ ਫਿਰ ਵੀ ਉਹਦਾ ਬੇਸ ਸਟਰੋਂਗ ਨਹੀਂ ਹੈਗਾ, ਤਾਂ ਮੈਂ ਉਹਨਾਂ ਦੇ ਉੱਤੇ ਇੱਕ ਤਾਂ ਫੇਸ ਟੂ ਫੇਸ ਉਹਨਾਂ ਦਾ ਮੌਕ ਟੈਸਟ ਹੋਣਗੇ। ਜਿਹੜਾ ਵੀਕ ਸੈਸ਼ਨ ਅਸੀਂ ਅਲੱਗ ਕਰ ਦੇਣਾ, ਐਡਵਾਂਸ ਅਲੱਗ ਹੋ ਗਈ ਐਜੂਕੇਸ਼ਨ ਆਪਣੇ ਦੀ। ਇਸ ਅਕੋਰਡਿੰਗ ਅਸੀਂ ਕੈਟਾਗਰੀ ਡਿਵਾਈਡ ਕੀਤੀ ਉਹਨਾਂ ਦੀ, ਤਾਂ ਕਿ ਉਹ ਆਪਣੇ ਫੇਸ ਟੂ ਫੇਸ ਸਾਡੇ ਨਾਲ ਗੱਲ ਕਰ ਸਕੀਏ, ਜੋ ਵੀ ਉਹਨਾਂ 'ਚ ਕਮੀਆਂ ਹੈਗੀਆਂ ਅਸੀਂ ਉਹਨੂੰ ਦੂਰ ਕਰ ਸਕੀਏ। ਜਿਹੜੇ ਸਟੂਡੈਂਟ ਤੁਹਾਡੇ ਕੋਲ ਆਉਣਗੇ, ਐਡਮਿਸ਼ਨ ਲੈਣਾ ਚਾਹਣਗੇ, ਉਹ ਤੁਹਾਡੇ ਕੋਲ ਖਿੱਚੇ ਆਉਣ, ਹੈ ਨਾ। ਵਿਦਿਆਰਥੀ ਚਾਹੁੰਦੇ ਨੇ ਕਿ ਸਾਨੂੰ ਕੋਈ ਚੰਗਾ ਰਾਹ ਮਿਲੇ। ਸਭ ਤੋਂ ਪਹਿਲਾਂ ਕਿ ਸਭ ਤੋਂ ਤੁਹਾਡਾ ਪਲੱਸ ਪੁਆਇੰਟ ਇਹ ਵੀ ਲੱਗਦਾ ਕਿ ਜਿੱਥੇ ਬੱਚੇ ਤੁਹਾਡੇ ਕੋਲ ਪੜ੍ਹਨਗੇ ਉੱਥੇ ਤੁਹਾਡੇ ਕੋਲ ਵੀਜ਼ਾ ਵੀ ਅਪਲਾਈ ਕਰ ਸਕਦੇ ਨੇ। ਤੁਸੀਂ ਦੋ ਚੀਜ਼ਾਂ ਸਟੂਡੈਂਟ ਨੂੰ ਦੇ ਰਹੇ ਹੋ। ਹਾਂਜੀ ਹਾਂਜੀ, ਇਹ ਅਸੀਂ ਪਹਿਲਾਂ ਹੀ ਬਹੁਤ ਪਹਿਲਾਂ ਸੋਚਿਆ ਸੀਗਾ ਵੀ ਜਿੱਥੇ ਅਸੀਂ ਬੱਚੇ ਨੂੰ ਟ੍ਰੇਨ ਕਰਨਾ ਇੰਗਲਿਸ਼ ਦੇ ਵਿੱਚ, ਅਸੀਂ ਉਹਨਾਂ ਨੂੰ ਇੱਕ ਈਜ਼ੀ ਵੇ ਨਾਲ ਅਸੀਂ ਬਾਹਰ ਹੀ ਭੇਜ ਸਕੀਏ, ਤਾਂ ਕਿ ਉਹਨਾਂ ਦਾ ਪਹਿਲਾਂ ਅਸੀਂ ਭਰੋਸਾ ਕ੍ਰੀਏਟ ਕਰੀਏ ਕਿ ਹਾਂ ਇੱਥੇ ਸਾਡੇ ਸਕੂਲ ਦੇ ਵਿੱਚ, ਇੰਸਟੀट्यूट ਦੇ ਵਿੱਚ ਜੋ ਇੰਗਲਿਸ਼ ਪੜ੍ਹਾਈ ਜਾਂਦੀ ਹੈ ਉਹ ਥੋੜ੍ਹੀ ਅਲੱਗ ਤਰੀਕੇ ਨਾਲ ਵਿਦ ਗੁੱਡ ਇਨਫਰਾਸਟਰਕਚਰ ਹੈ ਸਾਡੇ ਕੋਲ। ਸਾਡੇ ਜੋ ਸਟਾਫ ਹੈ ਉਹ ਹਾਈਲੀ ਕੁਆਲੀਫਾਈਡ ਨੇ, ਠੀਕ ਹੈ ਜੀ। ਉਹ ਉਹਨਾਂ 'ਤੇ ਇੰਡੀਵਿਜੂਅਲੀ ਮਤਲਬ ਕਿ ਉਹ ਪ੍ਰੈਕਟਿਸ ਕਰਾਉਣਗੇ ਉਹਨਾਂ ਦੀ। ਉਸ ਤੋਂ ਬਾਅਦ ਜੇ ਉਹਨਾਂ ਦੇ ਵਿੱਚ ਕੋਈ ਰੁਝਾਨ ਦਿਸਦਾ ਹੈ ਸਾਨੂੰ ਬਾਹਰ ਜਾਣ ਲਈ, ਤਾਂ ਅਸੀਂ ਉਹ ਕੰਮ ਵੀ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਇੱਥੇ। ਦੂਸਰੇ ਨੰਬਰ 'ਤੇ ਅਸੀਂ ਸਵਾਲ ਇਹ ਕਰ ਲੈਂਦੇ ਹਾਂ ਕਿ ਜੇਕਰ ਤੁਸੀਂ ਬੱਚੇ ਤੁਹਾਡੇ ਕੋਲ ਆਉਣਾ ਚਾਹੁੰਦੇ ਨੇ ਤਾਂ ਕਿੰਨੇ ਮੋਡਿਊਲ ਹੋਣਗੇ, ਕਿਹੜੇ ਕਿਹੜੇ ਬੈਚ ਹੋਣਗੇ, ਕੀ ਟਾਈਮਿੰਗ ਹੋਏਗੀ ਉਹਨਾਂ ਦੀ? ਵੈਲ, ਫॉर ਆਇਲਸ ਕਲਾਸਿਸ ਲਈ ਇੱਥੇ 4 ਮੋਡਿਊਲ ਸੈੱਟ ਕੀਤੇ ਹੋਏ ਆ, ਜੋ ਕਿ ਹਰ ਥਾਂ 'ਤੇ ਕਾਮਨ ਹੀ ਹੁੰਦੇ ਨੇ। ਬਟ ਜੋ ਮੇਨ ਰੋਲ ਪਲੇ ਕਰਨਾ ਉਹ ਹੁੰਦਾ ਆ ਸਟੂਡੈਂਟਸ ਵੱਲੋਂ ਹੁੰਦਾ ਆ, ਥਰੂ ਦੀ ਗਾਈਡੈਂਸ ਆਫ ਆਵਰ ਟੀਚਰਸ। ਜੋ ਮੈਂ ਮੰਨਦਾ ਆ ਟੀਚਰਸ ਦਾ ਕੰਮ ਹੈ ਉਹਨਾਂ ਨੂੰ ਪੜ੍ਹਾਉਣਾ, ਗਾਈਡੈਂਸ ਕਰਨਾ, ਅਤੇ ਉਹਦੇ ਬਾਅਦ ਉਹ ਉਸ ਚੀਜ਼ ਨੂੰ ਪ੍ਰੈਕਟਿਸ ਕਰਨ, ਠੀਕ ਹੈ ਜੀ। ਬਿਕੋਜ਼ ਸਾਡੇ ਇੱਥੇ ਇੰਡੀਆ ਵਿੱਚ ਉਹ ਇਨਵਾਇਰਮੈਂਟ ਹੀ ਨਹੀਂ ਹੁੰਦਾ, ਨਾ ਘਰ ਵਿੱਚ ਜਿੱਥੇ ਜੋਬ ਕਰਦੇ ਉੱਥੇ ਮੋਸਟਲੀ ਪੰਜਾਬੀ ਅਤੇ ਹਿੰਦੀ ਚੱਲਦੀ ਹੁੰਦੀ ਆ। ਪਰ ਜਿਸ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਇੰਪਰੂਵ ਕੀਤਾ ਹੈ, ਉਹੀ ਪ੍ਰੈਕਟਿਸ ਮੈਂ ਉਹਨਾਂ ਤੋਂ ਕਰਾਊਂਗਾ, ਤਾਂ ਕਿ ਉਹਨਾਂ ਦਾ ਜੋ ਸੈਲਫ ਕੌਨਫੀਡੈਂਸ ਹੈ ਹੋਰ ਵੀ ਇਨਕਰੀਜ਼ ਹੋ ਸਕੇ। ਕਈ ਬੱਚੇ ਬਹੁਤ ਪੜ੍ਹ ਚੁੱਕੇ ਹੋਣਗੇ, ਦਿਨ ਰਾਤ ਪੜ੍ਹਦੇ ਹੋਣਗੇ, ਇੱਕੋ ਕਿਤਾਬਾਂ ਨੂੰ ਰੱਟੇ ਲਾਏ ਹੋਣਗੇ, ਪਰ ਜਦੋਂ ਪੇਪਰ ਆਉਂਦਾ ਹੈ ਤਾਂ ਉਹਦੇ ਵਿੱਚੋਂ 4 ਬੈਂਡ, 5.5 ਬੈਂਡ ਅਤੇ 5 ਬੈਂਡ 'ਤੇ ਸਿਮਟ ਕੇ ਰਹਿ ਜਾਂਦਾ ਹੈ। ਤਾਂ ਕੀ ਕਾਰਨ ਕੀ ਰਹਿੰਦਾ ਹੈ? ਬੱਚੇ ਉਹ ਜਾਂ ਤਾਂ ਜੋ ਇੰਸਟੀਟਿਊਟ ਪੜ੍ਹਾਇਆ ਜਾਂਦਾ ਉਸ ਕਿਤਾਬਾਂ ਤੱਕ ਸਿਮਟ ਕੇ ਰਹਿ ਜਾਂਦਾ, ਉਹਨਾਂ ਨੂੰ ਬਾਹਰਲੀ ਗ੍ਰਾਮਰ ਬਾਰੇ ਦੱਸਿਆ ਹੀ ਨਹੀਂ ਜਾਂਦਾ। ਬਿਲਕੁਲ, ਜੋ ਮੈਂ ਚੀਜ਼ ਦੇਖੀ ਆ ਸੁਸਾਇਟੀ ਵਿੱਚ, ਮਾਰਕੀਟ ਦੇ ਵਿੱਚ, ਉਹ ਇਹ ਹੈ ਕਿ ਉਹਨੂੰ ਜ਼ਿਆਦਾਤਰ ਕਿਤਾਬੀ ਜਿਹੜੀ ਪੜ੍ਹਾਈ ਕਰਾਈ ਜਾਂਦੀ ਉਹਨਾਂ ਨੂੰ, ਤਾਂ ਕਿ ਉਹ ਸਿਰਫ ਉਹਨਾਂ ਨੂੰ ਬੈਂਡਸ ਲਾ ਕੇ ਦਿੱਤੇ ਜਾਣ। ਪਰ ਜੋ ਮੈਂ ਮੰਨਦਾ ਆ, ਜੋ ਮੈਂ ਖੁਦ ਸਟੱਡੀ ਕੀਤੀ, ਉਹ ਇਹ ਹੈ ਕਿ ਉਹਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਣੀ ਚਾਹੀਦੀ ਹੈ। ਵੀ ਜਿਹੜੇ ਵੀਕ ਸਟੂਡੈਂਟਸ ਇਹਨਾਂ 'ਤੇ ਦੇਖੀਏ ਉਹਨਾਂ ਦੀ ਗ੍ਰਾਮਰ ਸਟਰੋਂਗ ਹੈ, ਬੇਸ ਸਟਰੋਂਗ ਹੈ ਕਿ ਨਹੀਂ ਹੈ, ਅਸੀਂ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਡਿਵਾਈਡ ਕਰਾਂਗੇ
ਇੱਕ ਬੇਸਿਕ ਵਿੱਚ ਐਡਵਾਂਸ ਵਿੱਚ ਇੱਕ ਪ੍ਰੋ ਚਲੇ ਜਾਣਗੇ ਉਹਦੇ ਵਿੱਚ, ਤੇ ਸਾਡੇ ਕੋਲ ਟੀਚਰ ਜਿਹੜੇ ਹੈਗੇ ਉਹ ਉਹਨਾਂ 'ਚ ਇੰਡੀਵਿਜੂਅਲੀ ਵਰਕ ਵੀ ਕਰਨਗੇ ਉਹਦੇ ਵਿੱਚ, ਜੋ ਮੈਂ ਇਹਨੂੰ ਸਹੀ ਸਮਝਦਾ ਹਾਂ। ਬਿਲਕੁਲ ਜੀ। ਬਹੁਤ ਸਾਰੇ ਵਿਦਿਆਰਥੀ ਕਹਿੰਦੇ ਕਿ ਇਹ ਬੜਾ ਮਹਿੰਗਾ ਇੰਸਟੀਚਿਊਟ ਹੈ, ਵੱਡੇ ਵੱਡੇ ਇੰਸਟੀਚਿਊਟ 'ਚ ਜਾ ਕੇ ਪਹਿਲ ਦਿੰਦੇ ਨੇ, ਹੈ ਨਾ। ਤੁਹਾਡੇ ਕੋਲ ਜੇ ਵਿਦਿਆਰਥੀ ਆਉਣਾ ਚਾਹੁੰਦੇ ਨੇ ਕਿ ਲੱਗਦਾ ਕਿ ਅੱਛਾ ਕੁਛ ਨਵਾਂ ਵੀ ਆ ਰਿਹਾ, ਸਟਾਫ ਬਹੁਤ ਵਧੀਆ ਪੜ੍ਹਿਆ ਲਿਖਿਆ ਆ ਰਿਹਾ ਔਰ ਇੱਕ ਬਹੁਤ ਵਧੀਆ ਸਾਨੂੰ ਇੱਥੇ ਜਿਹੜੀ ਪੜ੍ਹਾਈ ਹੈ ਉਹ ਮਿਲ ਸਕਦੀ ਹੈ, ਤਾਂ ਜੇਕਰ ਵਿਦਿਆਰਥੀ ਆਉਣਾ ਚਾਹੁਣ ਤੁਹਾਡੇ ਕੋਲ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਕੇ ਆਓਗੇ ਤੁਸੀਂ? ਬੇਸਿਕਲੀ ਜਿਹੜੇ ਵੀ ਸਟੂਡੈਂਟਸ ਔਰ ਪ੍ਰੋਫੈਸ਼ਨਲਸ ਹੈਗੇ ਇੱਥੇ ਲੁਧਿਆਣੇ ਵਿੱਚ ਜਾਂ ਬਾਹਰੋਂ ਆਉਂਦੇ ਆ, ਉਹਨਾਂ ਨੂੰ ਮੈਂ ਸਿਰਫ ਇਹ ਕਹਿਣਾ ਚਾਹੂੰਗਾ ਕਿ ਪਹਿਲਾਂ ਆ ਕੇ ਤੁਸੀਂ ਸਾਡੇ ਨਾਲ ਜਿਹੜੇ ਕਾਉਂਸਲਰ ਸਾਡੇ ਹੈਗੇ ਆ ਐਜੂਕੇਸ਼ਨਸ ਦੇ, ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਉਹਦੇ ਬਾਅਦ ਸਾਡੇ ਕੋਲ ਫ੍ਰੀ ਡੈਮੋ ਕਲਾਸਿਸ ਹੈਗੀ ਇੱਥੇ, ਤੁਸੀਂ ਬੈਠੋ ਦੇਖੋ ਅਸੀਂ ਪੜ੍ਹਾਈ ਕਰਾਉਂਦੇ ਹਾਂ, ਅਤੇ ਉਹਦੇ ਬਾਅਦ ਖੁਦ ਉਹਨੂੰ ਡਿਸਾਈਡ ਕਰੋ ਕਿ ਹਾਂ ਇਹ ਵਰਤੀ ਹੈ ਕਿ ਨਹੀਂ ਹੈ ਚੀਜ਼ ਲਈ। ਮੈਂ ਤਾਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਇਸ ਲਈ। ਬਹੁਤ ਕੰਪੀਟੀਸ਼ਨ ਦਾ ਜ਼ਮਾਨਾ ਹੈ ਅੱਜ ਕੱਲ੍ਹ, ਤਾਂ ਫਿਰ ਇਹ ਸਰਵਾਈਵ ਕਰਨਾ ਥੋੜ੍ਹਾ ਔਖਾ ਲੱਗਾ ਜਾਂ ਫਿਰ ਠੀਕ ਹੈ ਕਿ ਅਸੀਂ ਕਰ ਲਵਾਂਗੇ? ਨਹੀਂ, ਇੱਦਾਂ ਔਖਾ ਤਾਂ ਕੁਝ ਵੀ ਨਹੀਂ ਸੀ। ਅਸੀਂ ਬਹੁਤ ਚਿਰ ਤੋਂ ਅਸੀਂ ਸੋਚ ਰਹੇ ਸੀ ਕਿ ਆਪਾਂ ਖੁਦ ਦਾ ਸੈਂਟਰ ਰਨ ਕਰਨਾ ਹੈ। ਦੇਖੋ ਜਿਹੜੇ ਮੇਰੇ ਇੰਪਲਾਈਜ਼ ਮੇਰੇ ਨਾਲ ਪਹਿਲੇ ਕੰਮ ਕਰ ਚੁੱਕੇ ਹੈ ਬਿਜ਼ਨਸ ਆਊਟਸੋਰਸਿੰਗ ਦੇ ਵਿੱਚ, ਤਾਂ ਮੈਂ ਉਹਨਾਂ ਨੂੰ ਵੀ ਟ੍ਰੇਨ ਕਰਦਾ ਰਿਹਾ ਇੰਗਲਿਸ਼ ਲਈ, ਫॉर ਅਮਰੀਕਨ ਇੰਗਲਿਸ਼ ਲਈ। ਤਾਂ ਅਸੀਂ ਉਹੀ ਮੈਂ ਪ੍ਰੋਸਪੈਕਟ ਰੱਖਿਆ ਹੋਇਆ ਤਾਂ ਕਿ ਜਿਹੜੇ ਬੱਚੇ ਇਨ ਫਿਊਚਰ ਸਾਡੇ ਕੋਲ ਆਉਣ ਅਤੇ ਉਹਨਾਂ ਨੂੰ ਮੈਂ ਡੀਪ ਜਿਹੜੀ ਟ੍ਰੇਨਿੰਗ ਹੈਗੀ ਆ ਗ੍ਰਾਮਰ ਦੇ ਉੱਤੇ, ਬਿਕੋਜ਼ ਇੱਥੇ ਲੋਕਾਂ ਦਾ ਗ੍ਰਾਮਰ ਇੰਨਾ ਸਟਰੋਂਗ ਨਹੀਂ ਹੈਗਾ। ਜਿਹੜਾ ਉਹਨਾਂ ਨੇ ਬੁਕਿਸ਼ ਕਿਤਾਬੀ ਜੋ ਪੜ੍ਹਾਈ ਕਰ ਲਈ ਹੈ ਬਸ ਉਹੀ ਪੜ੍ਹ ਕੇ ਗਾਹਾਂ ਤੁਰ ਪੈਂਦੇ, ਜਿਨ੍ਹਾਂ ਕਰਕੇ 4 ਬੈਂਡ 4.5 ਔਰ 5 ਬੈਂਡ ਆਉਂਦੇ ਆ, ਬਾਅਦ 'ਚੋਂ ਨਿਰਾਸ਼ ਹੋ ਜਾਂਦੇ ਆ। ਤਾਂ ਬੇਸਿਕਲੀ ਮੈਂ ਜਿਹਨਾਂ 4 ਮੋਡਿਊਲ ਜਿਹੜੇ ਹੈਗੇ ਆ ਲਿਸਨਿੰਗ, ਸਪੀਕਿੰਗ, ਰਾਈਟਿੰਗ ਹੈ ਨਾ, ਤਾਂ ਮੈਂ ਇਹਨਾਂ ਉੱਤੇ ਡੀਪਲੀ ਕੰਮ ਕਰਨਾ ਚਾਹੁੰਦਾ ਪਰਸਨਲੀ। ਜਿਹੜੀ ਐਡਵਾਂਸ ਕਲਾਸਿਸ ਹੈ ਮੈਂ ਖੁਦ ਉਹਨੂੰ ਹੈਂਡਲ ਕਰਾਂਗਾ। ਬਾਕੀ ਮੇਰੇ यहाँ पे जो स्टूडेंट्स है अपने मैडम हैगी हैं वो पोस्ट ग्रेजुएशन हैगी है MBA MCOM, ਤੇ ਉਹਨਾਂ ਦਾ ਬਹੁਤ ਹੱਥ ਬੜਾ ਸੋਹਣਾ ਚੰਗਾ ਉਹਨਾਂ ਦਾ ਹੱਥ ਰੱਖਿਆ ਹੋਇਆ ਉੱਤੇ ਵੀ। ਟਾਈਮਿੰਗ ਕੀ ਹੋਏਗੀ? ਟਾਈਮਿੰਗ ਡਿਪੈਂਡ ਕਰਦਾ ਸਟੂਡੈਂਟਸ ਕਿਸ ਵੇਲੇ ਅਵੇਲੇਬਲ ਹੋ ਸਕਦੇ ਆ। ਕੋਈ ਪੜ੍ਹਦਾ ਹੈ ਤਾਂ ਸਵੇਰੇ ਨਹੀਂ ਆ ਸਕਦਾ, ਕੋਈ ਜੋਬ ਕਰਦਾ ਉਹ ਸ਼ਾਮ ਨੂੰ ਆ ਸਕਦੇ ਆ, ਤਾਂ ਅਸੀਂ ਉਹਨਾਂ ਦੇ ਅਕੋਰਡਿੰਗ ਟਾਈਮ ਉਹਨਾਂ 'ਤੇ ਛੱਡਿਆ ਹੋਇਆ। ਮਤਲਬ ਉੱਦਾਂ ਤਾਂ ਕਲਾਸ ਇੱਥੇ 7 ਵਜੇ ਸ਼ੁਰੂ ਹੋ ਜਾਣਗੀਆਂ, ਸ਼ਾਮੀ 7 ਤੇ 8 ਵਜੇ ਤੱਕ। ਜੇਕਰ ਵਿਦਿਆਰਥੀ ਅਤੇ ਇੱਕ ਤਾਂ ਪੜ੍ਹ ਗਏ ਤੁਹਾਡੇ ਕੋਲ, ਹੈ ਨਾ, ਦੂਸਰਾ ਮੌਕਾ ਤੁਸੀਂ ਦਿੰਦੇ ਫਾਈਲ ਲਗਾਉਣ ਦਾ ਤੁਹਾਡੇ ਕੋਲ, ਕਿਹੜੀਆਂ ਕੰਟਰੀਜ਼ ਦੇ ਵੀਜ਼ਾ ਦੋਗੇ ਤੁਸੀਂ ਲੈ ਕੇ ਉਹਨਾਂ ਨੂੰ? ਵੈਟ ਸਾਡੇ ਕੋਲ ਹਜੇ ਆਲਰੇਡੀ 4 ਵੀਜ਼ਾ ਚੱਲ ਰਹੇ ਆ ਡਿਫਰੈਂਟ ਕੰਟਰੀਜ਼ ਲਈ, UK US ਕੈਨੇਡਾ ਲਈ, ਕਿ ਲੋਕੀ ਇੱਥੇ ਬਹੁਤ ਜ਼ਿਆਦਾ ਰੁਝਾਵ ਦੇਖਿਆ ਬਾਹਰ ਜਾ ਕੇ ਸਟੱਡੀ ਕਰਨਾ ਚਾਹਦੇ ਆ ਔਰ ਪੜ੍ਹਨਾ ਚਾਹੁੰਦੇ, ਕੰਮ ਕਰਨਾ ਚਾਹੁੰਦੇ, ਤਾਂ ਅਸੀਂ ਬੇਸਿਕਲੀ 3 ਕੰਟਰੀਜ਼ 'ਤੇ ਕੌਂਸਨਟਰੇਟ ਕਰ ਰਹੇ ਹਾਂ, ਫੋਕਸ ਕਰ ਰਹੇ ਹਾਂ। ਤਾਂ ਡਿਫਰੈਂਟ ਇੰਸਟੀਟਿਊਟ ਸਾਡੇ ਨਾਲ ਟਾਈਪ ਹੋ ਚੁੱਕੇ ਆਲਰੇਡੀ, ਔਰ ਜਿਹੜੇ ਫਰਦਰ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਇਸ ਵੇਲੇ। ਬਹੁਤ ਸਾਰੇ ਵਿਦਿਆਰਥੀ ਜੇਕਰ ਆਉਣਗੇ ਤੁਹਾਡੇ ਕੋਲ ਕਹਿਣਗੇ ਕਿ ਅਸੀਂ ਤੁਹਾਡੇ ਕੋਲ ਵੀਜ਼ਾ ਲਗਵਾਉਣਾ ਹੈ ਨਾ, ਤਾਂ ਅਕਸਰ ਏਜੰਟ ਬੜੇ ਵੱਡੇ ਦਾਅਵੇ ਲੁਭਾਵਨੇ ਜਿਹੜੇ ਲਾਲਚ ਵੀ ਦਿੰਦੇ ਨੇ, ਹੈ ਨਾ, ਕੁਛ ਨਾ ਕੁਛ ਕਹਿੰਦੇ ਕਿ ਸਾਡੇ ਕੋਲ ਆਓ ਅਸੀਂ 5 ਲੱਖ 'ਚ ਵੀਜ਼ਾ ਦਿੰਦੇ ਹਾਂ ਤੁਹਾਨੂੰ, 10 ਲੱਖ 'ਚ ਵੀਜ਼ਾ ਦਿੰਦੇ ਹਾਂ ਤੁਹਾਨੂੰ, ਐਂਡ ਤੁਸੀਂ ਕੋਈ ਇੱਦਾਂ ਦੀ ਜਿਹੜੀ ਹੈ ਇੱਕ ਤੀਰ ਮਾਰੋਗੇ ਤੁਸੀਂ ਵੀ, ਜਾਂ ਫਿਰ ਤੁਸੀਂ ਇਹ ਕਹੋਗੇ ਕਿ ਨਹੀਂ ਅਸੀਂ ਪਹਿਲਾਂ ਤੁਹਾਡਾ ਕੰਮ ਕਰਾਵਾਂਗੇ, ਫੀਸ ਜਿਹੜੀ ਆਫਟਰ ਵੀਜ਼ਾ ਲਈ ਜਾਏਗੀ? ਵੈਲ ਜੋ ਮੈਂ ਲਾਈਫ 'ਚ ਸਿੱਖਿਆ ਆਪਣੇ ਐਕਸਪੀਰੀਅੰਸ ਤੋਂ ਸਟਰਗਲ ਕਰਕੇ, ਉਹ ਹੈ ਓਨੈਸਟੀ ਇਜ਼ ਦ ਬੈਸਟ ਪੋਲਿਸੀ, ਜੋ ਹਰ ਥਾਂ ਚੱਲਦੀ ਹੁੰਦੀ ਹੈ। ਅਤੇ ਇੱਥੇ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਉਹ ਸਟੂਡੈਂਟਸ ਨੇ ਬਾਹਰ ਜਾਣਾ ਚਾਹੁੰਦੇ ਆ ਜੋਬ ਪਰਪਸ ਲਈ, ਸਟੱਡੀ ਲਈ, ਟੂਰਿਸਟ ਲਈ, ਜੋ ਵੀ ਵੀਜ਼ਾ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਉਹਨੇ ਫੀਸ ਲਈ ਜਾਊਗੀ। ਉਹ ਤੋਂ ਪਹਿਲਾਂ ਕੋਈ ਸਾਡੇ ਚਾਰਜਸ ਨਹੀਂ ਹੋਣਗੇ। ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ਲ ਹੋ ਚੁੱਕੇ ਆ ਔਰ ਉਹ ਨਿਰਾਸ਼ ਹੋ ਚੁੱਕੇ, ਡੀਮੋਟੀਵੇਟ ਹੋ ਚੁੱਕੇ, ਅਸੀਂ ਉਹਨਾਂ ਨੂੰ ਵੀ ਹੈਲਪ ਕਰਾਂਗੇ ਇੱਥੇ। ਕਿਆ ਬਾਤ ਹੈ ਜੀ। ਬਹੁਤ ਸਾਰੇ ਵੈਸੇ ਕਈ ਲੋਕ ਅਜਿਹੇ ਹੋਣਗੇ ਜਿਨ੍ਹਾਂ ਦੇ ਕਈ ਸਪਾਊਸ ਵੀਜ਼ਾ ਲੱਗੇ ਹੁੰਦੇ ਨੇ, ਕਈਆਂ ਦੇ ਟੂਰਿਸਟ ਵੀਜ਼ਾ ਹੁੰਦੇ ਨੇ, ਕਈ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਨੇ। ਇਹ ਸਾਰੇ ਵੀਜ਼ੇ ਉਹਨਾਂ ਦੇ ਰਿਫਿਊਜ਼ਲ ਵੀ ਆਈਆਂ ਹੋਈਆਂ ਨੇ, ਕੀ ਉਹਨਾਂ ਰਿਫਿਊਜ਼ਲਾਂ ਦਾ ਤੁਹਾਡੇ ਕੋਲ ਹੱਲ ਹੈ? ਵੈਲ ਉਹ ਆਉਣ ਵਾਲਾ ਸਮਾਂ ਦੱਸੂਗਾ ਵੀ ਉਹਨਾਂ ਦੇ ਰਿਫਿਊਜ਼ਲ ਕਿਉਂ ਹੋਏ ਸੀ ਪਹਿਲਾਂ ਤਾਂ, ਬਿਕੋਜ਼ ਜਿਹੜੇ ਬਾਹਰਲੀ ਕੰਟਰੀਜ਼ ਹੈ ਉਹ ਡਿਮਾਂਡ ਕਰਦੇ ਸਟੇਟਮੈਂਟ ਆਫ ਪਰਪਸ, ਵੀ ਗੈਪ ਕਿਉਂ ਸੀ, ਕਿਸ ਕਾਰਨ ਤੁਸੀਂ ਬਾਹਰ ਚੱਲੇ ਹੋ, ਉਹ ਸਭ ਕੁਝ ਚੀਜ਼ ਚੈੱਕ ਕਰਦੇ ਆ। ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਗੋ ਥਰੂ ਕਰਾਂਗੇ ਵੀ ਕਿਸ ਕਾਰਨ ਕਰਕੇ ਉਹ ਪਹਿਲਾਂ ਰਿਫਿਊਜ਼ਡ ਹੋਏ ਸੀਗੇ, ਤਾਂ ਕਿ ਅਸੀਂ ਇਹਨੂੰ ਪ੍ਰੋਪਰ ਐਜੂਕੇਸ਼ਨ ਦੇ ਸਕੀਏ। ਅੱਜ ਕੱਲ੍ਹ ਦੇ ਜ਼ਮਾਨੇ 'ਚ ਭਰੋਸਾ ਜਿੱਤਣਾ ਸਭ ਤੋਂ ਜ਼ਿਆਦਾ ਔਖਾ ਹੁੰਦਾ ਹੈ ਨਾ, ਤਾਂ ਇਹ ਜਦੋਂ ਤੁਹਾਡੇ ਕੋਲ ਲੋਕ ਆਉਣ ਤਾਂ ਤੁਸੀਂ ਕਿਸ ਭਰੋਸੇ 'ਤੇ ਕਹਿੰਦੇ ਹੋ ਕਿ ਸਾਡੇ ਕੋਲ ਆਓ, ਅਸੀਂ ਤੁਹਾਨੂੰ ਇਸ ਭਰੋਸੇ 'ਤੇ ਕਹਾਂਗੇ ਕਿ ਅਸੀਂ ਤੁਹਾਡਾ ਕੰਮ 101% ਕਰਵਾ ਕੇ ਦੇਵਾਂਗੇ? ਵੈਲ ਇਹ ਤਾਂ ਪ੍ਰੋਪਰਲੀ ਡਿਪੈਂਡ ਕਰਦਾ ਉਹਨਾਂ ਦੇ ਡਾਕੂਮੈਂਟਸ ਉੱਤੇ, ਉਹਨਾਂ ਨੇ ਕੀ ਕੁਛ ਪਿਛਲੇ ਕੀਤਾ ਹੋਇਆ, ਕਿੱਥੇ ਟਰਾਈ ਕੀਤਾ, ਕੀ ਐਜੂਕੇਸ਼ਨ ਦੀ ਕੁਆਲੀਫਿਕੇਸ਼ਨ ਹੈਗੀ ਆ, ਕਿੰਨੇ ਪਰਸੈਂਟ ਲੈ ਕੇ ਆ, ਕਿੰਨੇ ਬੈਂਡਸ ਹੈਗੇ, ਇਹ ਸਾਰਾ ਚੀਜ਼ ਡਿਪੈਂਡ ਕਰਦਾ ਹੈ। ਉਹ ਬਾਹਰ ਜਾ ਕੇ ਕੀ ਕਰਨਾ ਚਾਹੁੰਦੇ ਆ ਇਹ ਸਾਨੂੰ ਪਹਿਲਾਂ ਜਾਣਨਾ ਪਊਗਾ, ਉਹਨੇ ਫਾਈਲਸ ਚੈੱਕ ਕਰਨੀ ਪੈਣੀ ਹੈ, ਉਹ ਤੋਂ ਬਾਅਦ ਇਸ ਵਿੱਚ ਕਹਿ ਸਕਦੇ ਹਾਂ। ਮੈਂ ਹੁਣ ਕਹਿ ਦੇਵਾਂ ਨਹੀਂ ਅਸੀਂ ਸ਼ੋਰਲੀ ਤੁਹਾਨੂੰ ਬਾਹਰ ਭੇਜਾਂਗੇ, ਇੱਦਾਂ ਮੈਂ ਕੁਛ ਵੀ ਕਮਿਟਮੈਂਟ ਨਹੀਂ ਕਰਨਾ ਚਾਹੁੰਦਾ। ਫਸਟ ਆਫ ਆਲ ਸਾਡੇ ਕਾਉਂਸਲਰਸ ਹੈਗੇ ਉਹ ਦੇਖਣਗੇ ਵੀ ਇਹਨਾਂ ਦਾ ਰਿਫਿਊਜ਼ ਕਿਉਂ ਹੋਇਆ ਸੀਗਾ, ਕਿਸ ਪਰਪਸ ਲਈ ਇਹ ਬਾਹਰ ਜਾ ਰਹੇ ਹੈ, ਤਾਂ ਕੀ ਰਿਕੁਆਇਰਮੈਂਟ ਹੈ,
ਤੇ ਉਹਦੇ ਬਾਅਦ ਹੀ ਅਸੀਂ ਜੋ ਵੀ ਸਾਡੀ ਕਮਿਟਮੈਂਟ ਹੋਊਗੀ ਉਹਨਾਂ ਨਾਲ। ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਤੋਂ ਆਉਂਦੇ ਨੇ, ਉਹਨਾਂ ਦੀਆਂ ਜਿਹੜੀਆਂ ਜਾਇਦਾਦ ਜ਼ਮੀਨਾਂ ਹੁੰਦੀਆਂ ਨੇ, ਗਹਿਣੇ ਰੱਖ ਕੇ ਮਾਪੇ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਹਾਂ, ਹਨਾ, ਤੇ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਦਿੰਦੇ ਨੇ, ਕੁਝ ਵੇਚ ਦਿੰਦੇ ਨੇ, ਹਨਾ, ਔਰ ਕੁਝ ਘਰ ਤੱਕ ਆਪਣੇ ਨਿਲਾਮੀ ਤੇ ਲਾ ਦਿੰਦੇ ਨੇ ਕਿ ਸਾਡਾ ਬੱਚਾ ਬਾਹਰ ਸੈੱਟ ਹੋ ਜਾਏਗਾ, ਚਲੋ ਪੈਸਾ ਕਮਾਏਗਾ, ਵਾਪਸ ਭੇਜੇਗਾ, ਅਸੀਂ ਸੈੱਟ ਹੋ ਜਾਾਂਗੇ, ਹਨਾ। ਪਰ ਕਈ ਵਾਰ ਕੀ ਹੁੰਦਾ, ਗਲਤ ਏਜੰਟਾਂ ਦੇ ਹੱਥੇ ਚੜ ਕੇ ਉਹ ਬੱਚਾ ਬਿਲਕੁਲ ਟੁੱਟ ਜਾਂਦਾ ਹੈ, ਹਨਾ। ਔਰ ਕਈ ਏਜੰਟ ਇਹ ਕਹਿ ਦਿੰਦੇ ਨੇ ਕਿ ਅਸੀਂ 5:30 ਵਿੱਚ ਵੀ ਤੁਹਾਡੀ ਜਿਹੜੀ ਫਾਈਲ ਲਾਵਾਂਗੇ ਔਰ ਤੁਹਾਨੂੰ ਵੀਜ਼ਾ ਦਿਵਾਵਾਂਗੇ, ਕਿ ਤੁਸੀਂ ਵੀ ਕੁਛ ਇੱਦਾਂ ਦਾ ਲਾਲਚ ਦਿਓਗੇ ਜਾਂ ਫਿਰ ਤੁਸੀਂ ਵੀ ਕਦੇ ਐਂ ਕਹੋਗੇ ਕਿ ਅਸੀਂ 5:30 ਵੀਜ਼ਾ ਲੈ ਕੇ ਦੇਵਾਂਗੇ ਜਾਂ ਫਿਰ 5:30 ਨਹੀਂ ਫਾਈਲ ਲੱਗਦੀ। ਬਹੁਤ ਖਬਰਾਂ ਆਉਂਦੀਆਂ ਆਏ ਦਿਨ ਕਿ ਉਹਨਾਂ ਨੇ ਇੰਨੇ ਪੈਸੇ ਲੈ ਲਏ ਜੀ, ਸਾਨੂੰ ਬਾਹਰ ਨਹੀਂ ਭੇਜਿਆ, ਬਹੁਤ ਪਰੇਸ਼ਾਨ ਹੁੰਦੇ ਆ, ਆਪਣਾ ਸਭ ਪ੍ਰੋਪਰਟੀ ਉਹ ਗਿਰਵੀ ਰੱਖ ਦਿੰਦੇ ਆ। ਤਾਂ ਅਸੀਂ ਉਹਦੀ ਰਿਸਪੈਕਟ ਕਰਦੇ ਵੀ ਜੇ ਬੰਦਾ ਔਖਾ ਹੋ ਕੇ ਉਸ ਨੂੰ ਬਾਹਰ ਭੇਜ ਰਿਹਾ ਤਾਂ ਕੋਈ ਨੀਡੀ ਹੋਗੀ ਉਹਨਾਂ ਦੀ, ਤਾਂ ਅਸੀਂ ਉਹਨਾਂ ਤੋਂ ਕੋਈ ਬੈਨੀਫਿਟ ਨਹੀਂ ਚੁੱਕਾਂਗੇ। ਉਸ ਲਈ ਜੋ ਬੈਸਟ ਤੋਂ ਬੈਸਟ ਆਪਣੀ ਗਾਈਡੈਂਸ ਹੋਗੀ ਅਸੀਂ ਉਹ ਦੇਵਾਂਗੇ ਉਹਨਾਂ ਨੂੰ। ਜਸਵਿੰਦਰ ਜੀ, ਮੈਂ ਚਾਹੂੰਗੀ ਇੱਕ ਗੱਲ ਜ਼ਰੂਰ ਕਲੀਅਰ ਕਰਿਓ, ਕਿਉਂਕਿ 5.5 ਬੈਂਡ ਦੇ ਜਦੋਂ ਕਿਸੇ ਵਿਦਿਆਰਥੀ ਨੂੰ ਆ ਜਾਂਦੇ ਆ ਤਾਂ ਉਹ ਕੈਨੇਡਾ ਦਾ ਵੀਜ਼ਾ ਲੈ ਸਕਦਾ 5.5 ਬੈਂਡ ਦੇ ਵਿੱਚ? ਅਸੀਂ ਸਿਰਫ 6 ਜਿਨ੍ਹਾਂ ਦੇ 6 ਬੈਂਡ ਈਚ ਹੋਣਗੇ ਅਸੀਂ ਉਹੀ ਕੇਸ ਪਕੜਾਂਗੇ, ਅਦਰਵਾਈਜ਼ ਅਸੀਂ ਕੋਈ ਕੇਸ ਨਹੀਂ ਲਵਾਂਗੇ ਇੱਦਾਂ ਦਾ, ਕਿਉਂਕਿ 5.5 ਵਿੱਚ ਥੋੜਾ ਜਿਹਾ ਟਫ ਹੁੰਦਾ ਆ। ਬਿਲਕੁਲ, ਕਿਉਂਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਜਿਹੜੇ ਇਸੇ ਗੱਲ ਤੋਂ ਕਹਿੰਦੇ ਕਿ ਚਲੋ ਰਿਸਕ ਲੈ ਲੈਂਦੇ ਨੇ, ਏਜੰਟ ਵੀ ਕਹਿੰਦੇ ਕਿ ਅਸੀਂ ਤੁਹਾਨੂੰ 5.5 ਬੈਂਡ ਦੇ ਵਿੱਚ ਵੀਜ਼ਾ ਲੈ ਕੇ ਦੇਵਾਂਗੇ, ਪਰ ਬਹੁਤ ਸਾਰੇ ਵਿਦਿਆਰਥੀਆਂ ਦੀ ਰਿਫਿਊਜ਼ਲ ਆਈਆਂ ਨੇ, ਰੀਸੈਂਟ ਤਾਂ ਹਜ਼ਾਰਾਂ ਰਿਫਿਊਜ਼ਲਾਂ ਇਸ ਚੱਕਰ ਦੇ ਵਿੱਚ ਆ ਚੁੱਕੀਆਂ ਨੇ। ਦੇਖੋ ਹਰ ਕੋਈ ਬੈਠਾ ਹੈ ਮਾਰਕੀਟ ਦੇ ਵਿੱਚ ਬਿਜ਼ਨਸ ਕਰਨ ਲਈ, ਪਰ ਉਹਦੇ ਨਾਲ ਜੇ ਆਪਾਂ ਓਨੈਸਟੀ ਨੂੰ ਬੈਸਟ ਪਾਲਿਸੀ ਮੰਨ ਲਈਏ ਤਾਂ ਕੋਈ ਬੰਦਾ ਇਨ ਫਿਊਚਰ ਖਰਾਬ ਨਹੀਂ ਹੋਵੇਗਾ। ਠੀਕ ਹੈ ਜੀ, ਹਰ ਕਿਸੇ ਨੇ ਬਿਜ਼ਨਸ ਕਰਨਾ ਹੈ, ਪਰ ਮੈਂ ਚਾਹੁੰਦਾ ਵੀ ਕੋਈ ਕਿਸੇ ਨੂੰ ਖਰਾਬ ਨਾ ਕਰੇ, ਜੋ ਪ੍ਰੋਪਰ ਗਾਈਡੈਂਸ ਹੈ ਉਹ ਦਿੱਤੀ ਜਾਵੇ ਉਹਨਾਂ ਨੂੰ। ਠੀਕ ਹੈ, ਸਾਡੇ ਕੋਲ ਬੰਦਾ ਉਮੀਦ ਲੈ ਕੇ ਆਉਂਦਾ ਹੈ, ਅਸੀਂ ਕਹਾਂਗੇ ਨਹੀਂ ਅੱਜ ਨਹੀਂ, ਕੱਲ੍ਹ ਨੂੰ ਨਹੀਂ, ਪਰਸੋਂ ਨੂੰ, ਮਹੀਨਾ ਲੱਗ ਜਾਂਦੇ ਆ। ਆਫਟਰ ਦੈਟ ਵੀ ਸੇ ਕਿ ਆਮ ਸੌਰੀ ਕਿ ਉਹ ਤੋਂ ਰਿਫਿਊਜ਼ ਹੋ ਗਿਆ ਹੈ। ਤਾਂ ਬੈਟਰ ਇਹ ਹੈ ਕਿ ਪਹਿਲਾਂ ਉਹਨਾਂ ਸਾਰੇ ਡਾਕੂਮੈਂਟ ਚੈੱਕ ਕਰ ਲਈ ਜਾਣ ਕਿ ਹਾਂ ਵੈਦਰ ਉਹ ਬੰਦਾ ਜਿਹੜਾ ਜਾਣਾ ਚਾਹੁੰਦਾ, ਕੋਈ ਵੀ ਜਾਣਾ ਚਾਹੁੰਦਾ ਕੰਮ ਲਈ ਜਾਂ ਸਟੱਡੀ ਲਈ, ਆਫਟਰ ਲਾਈਕ ਮੈਰਿਜ ਐਜ਼ ਵੈਲ, we should tell them exactly on the face ਕਿ ਹਾਂ this is going to be happened। ਤੁਹਾਡੀ ਜਿਹੜੀ ਇੰਸਟੀਚਿਊਟ ਦਾ ਸਮਾਂ ਹੈ, ਜੋ ਕਿਸੇ ਨੇ ਫਾਈਲ ਲਗਵਾਉਣੀ ਹੈ ਤਾਂ ਉਹ ਕਦ ਤੋਂ ਓਪਨ, ਜਿੱਦਾਂ ਹੁਣ ਤੁਸੀਂ ਅੱਜ ਓਪਨਿੰਗ ਕਰ ਦਿੱਤੀ ਹੈ, ਜਿੱਦਾਂ ਕੱਲ੍ਹ ਐਡਮਿਸ਼ਨਸ ਓਪਨ ਹੋ ਜਾਣਗੀਆਂ, ਫਿਰ ਹੌਲੀ ਹੌਲੀ ਸਟੂਡੈਂਟ ਆਉਣਾ ਸ਼ੁਰੂ ਕਰ ਦੇਣਗੇ, ਪੜ੍ਹਨਾ ਸ਼ੁਰੂ ਕਰ ਦੇਣਗੇ, ਫਿਰ ਇਸ ਦੇ ਨਾਲ ਕੁਝ ਲੋਕ ਸਾਡੀ ਇੰਟਰਵਿਊਜ਼ ਨੂੰ ਦੇਖ ਰਹੇ ਹੋਣਗੇ ਤਾਂ ਉਹ ਚਾਹਣਗੇ ਕਿ ਅਸੀਂ ਤੁਹਾਡੇ 'ਤੇ ਇੱਕ ਵਾਰ ਭਰੋਸਾ ਕਰੀਏ, ਤੁਹਾਡੇ ਤੋਂ ਫਾਈਲ ਜਿਹੜੀ ਬਾਹਰਲੀ ਲਗਵਾ ਲਈਏ, ਤਾਂ ਉਹ ਕੋਈ ਸਮਾਂ ਤੁਸੀਂ ਨਿਸ਼ਚਿਤ ਕੀਤਾ ਹੈ, ਆਓ ਜਦੋਂ ਮਰਜ਼ੀ, ਜਾਂ ਕੁਛ ਹਾਲੇ ਤੁਹਾਡਾ ਸਮਾਂ ਹੈ ਕਿ ਓਪਨਿੰਗ ਹਾਲੇ ਇਸ ਦੀ ਬਾਅਦ ਵਿੱਚ ਕਰਨੀ ਹੈ? ਨਹੀਂ, ਮੈਂ ਪਹਿਲੇ ਵੀ ਕਹਿ ਚੁੱਕਿਆ ਸੀ ਕਿ ਸਾਡੇ 3-4 ਵੀਜ਼ਾ ਸਾਡੇ ਡਿਫਰੈਂਟ ਕੰਟਰੀ ਚੱਲ ਰਹੇ ਇਸ ਵੇਲੇ, ਇਨ ਪ੍ਰੋਸੈਸ ਚੱਲ ਰਹੇ ਨੇ। ਵੀ ਜੇ ਕੋਈ ਹੋਰ ਵੀ ਕਸਟਮਰ ਕੋਈ ਵੀ ਆਉਣਾ ਚਾਹੁੰਦਾ ਹੈ ਸਾਡੇ ਕੋਲ ਅੱਗੇ ਸਲਾਹ ਲੈਣ ਲਈ, ਅਸੀਂ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ ਬੈਠੇ ਹੁੰਦੇ ਆ। ਜਦ ਮਰਜੀ ਆਉਣ ਸਾਡੇ ਕੋਲ ਡਿਫਰੈਂਟ ਕਾਉਂਸਲਰਸ ਹੈ, ਡਿਫਰੈਂਟ ਕੰਟਰੀਜ਼ ਲਈ, UK, US, ਕੈਨੇਡਾ ਲਈ, ਗੱਲਬਾਤ ਕਰੋ ਔਰ ਫਿਰ ਤੁਸੀਂ ਖੁਦ ਡਿਸਾਈਡ ਕਰੋ ਉਸ ਲਈ। ਜੀ ਬਿਲਕੁਲ ਜੀ। ਤਾਂ ਇਹ ਸ਼ੋਰ ਕਰੋਗੇ ਤੁਸੀਂ ਕਿ ਅਸੀਂ ਤੁਹਾਨੂੰ ਰਿਫਿਊਜ਼ਲਾਂ ਤੋਂ ਵੀ ਬਚਾਵਾਂਗੇ, ਕੋਈ ਗਲਤ ਫਾਈਲ ਜਿਹੜੀ ਹੈ ਹੱਥ 'ਤੇ ਜਿਹੜਾ ਕੇਸ ਉਹ ਨਹੀਂ ਲਵਾਂਗੇ? ਬਿਲਕੁਲ ਬਿਲਕੁਲ। ਦੇਖੋ ਮੈਂ ਪਹਿਲੇ ਵੀ ਕਹਿ ਚੁੱਕਿਆ, ਦੈਟ ਇਜ਼ ਟੋਟਲੀ ਡਿਪੈਂਡ ਔਨ ਯੋਰ ਡਾਕੂਮੈਂਟੇਸ਼ਨਸ, ਯੋਰ ਐਕਸਪੀਰੀਅੰਸਿਸ, ਵਾਟ ਯੂ ਹੈਡ ਬਿਫੋਰ। ਸੋ ਫੇਕ ਪ੍ਰੋਮਿਸਿਸ ਸ਼ੁੱਡ ਨਾਟ ਬੀ ਮੇਡ। ਜੋ ਸੱਚ 'ਤੇ ਕੰਮ ਹੁੰਦਾ ਆ ਅਸੀਂ ਉਹ ਕੰਮ ਕਰੀਏ ਤਾਂ ਬੈਸਟ ਰਹਿੰਦਾ ਆ। ਸੋ ਮੈਂ ਫਿਰ ਰਿਪੀਟ ਕਰਾਂਗਾ, ਓਨੈਸਟੀ ਇਜ਼ ਦ ਬੈਸਟ ਪੋਲਿਸੀ। ਜੋ ਵੀ ਕੋਈ ਇਸ ਲਾਈਨ ਵਿੱਚ ਹੈ ਉਹ ਸਾਫ਼-ਸਾਫ਼ ਦੱਸਣ ਵੀ ਕਿ ਤੁਸੀਂ ਬਾਹਰ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ, ਉਹਨੂੰ ਪ੍ਰੋਪਰ ਗਾਈਡੈਂਸ ਜ਼ਰੂਰ ਦੇਣੀ ਚਾਹੀਦੀ ਉਹਨਾਂ ਨੂੰ, ਜੋ ਮੈਨੂੰ ਲੱਗਦਾ ਹੈ। ਬਿਲਕੁਲ। ਇਵੈਲਕਨ ਦੇ ਕੋਲ ਸਟੂਡੈਂਟ ਆਉਣਗੇ, ਹੁਣ ਸਾਡੀ ਇੰਟਰਵਿਊਜ਼ ਦੇ ਜ਼ਰੀਏ ਵੀ ਆਉਣਗੇ ਬਹੁਤ ਸਾਰੇ, ਉਹ ਚਾਹਣਗੇ ਕਿ ਅਸੀਂ ਸੌਰਭ ਰਾਣਾ ਨੇ ਜੋ ਪਹਿਲ ਕਦਮੀ ਕੀਤੀ ਹੈ ਨਾ, ਸਾਡੇ ਲੁਧਿਆਣਾ ਸ਼ਹਿਰ 'ਚ ਇੱਕ ਹੋਰ ਸਾਨੂੰ ਮੌਕਾ ਮਿਲ ਰਿਹਾ ਕਿ ਅਸੀਂ ਆਈਏ ਹੈ ਨਾ ਤੁਹਾਡੇ ਕੋਲ, ਤਾਂ ਆਉਣ ਤਾਂ ਕੀ ਕਹਿਣਾ ਚਾਹੋਗੇ ਸਾਡੇ ਜਿੰਨੇ ਵੀ ਲਿਸਨਰ ਜਾਂ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਤਾਂ ਉਹਨਾਂ ਲਈ ਕੁਝ ਮੈਸੇਜ ਦੇਣਾ ਚਾਹੋ ਤਾਂ? ਵੈਲ ਮੈਂ ਤਾਂ ਸਿਰਫ ਇਹ ਕਹਿਣਾ ਚਾਹੂੰਗਾ ਕਿ ਜਿਨ੍ਹਾਂ ਨੇ ਵੀ ਆਇਲਸ ਵਿੱਚ ਆਪਣੇ ਆਪ ਨੂੰ ਓਵਰਆਲ ਗਰੂਮਿੰਗ ਕਰਨਾ ਚਾਹੁੰਦੇ ਆ ਫॉर ਪਰਸਨੈਲਿਟੀ ਡਿਵੈਲਪਮੈਂਟ, ਔਰ ਜਿਨ੍ਹਾਂ ਨੇ ਵੀਜ਼ਾ ਲੈ ਕੇ ਬਾਹਰ ਜਾਣਾ ਚਾਹੁੰਦੇ ਤਾਂ ਇੱਕ ਵਾਰ ਸਾਨੂੰ ਮੌਕਾ ਜ਼ਰੂਰ ਦਿਓ। ਸਾਡੇ ਕੋਲ ਡੈਮੋ ਕਲਾਸਿਸ ਫ੍ਰੀ ਹੈ, ਮੌਕ ਟੈਸਟ ਫ੍ਰੀ ਚੱਲ ਰਹੇ ਨੇ, ਤੁਸੀਂ ਆਓ ਇੱਥੇ ਸਾਡਾ ਹਿੱਸਾ ਬਣ ਕੇ ਦੇਖੋ ਅਤੇ ਤੁਸੀਂ ਡਿਸਾਈਡ ਬਾਅਦ 'ਚ ਖੁਦ ਕਰੋ ਕਿ ਅਸੀਂ ਇੱਥੋਂ ਸਟੱਡੀ ਕਰਨੀ ਹੈ ਕਿ ਨਹੀਂ ਕਰਨੀ। ਇੱਕ ਗੱਲ ਹੋਰ ਪੁੱਛਣਾ ਚਾਹਾਂਗੀ ਕਿ ਇਹਦੇ ਲਈ ਜੋ ਤੁਸੀਂ ਬਾਹਰ ਬੱਚਿਆਂ ਨੂੰ ਵਿਦੇਸ਼ ਭੇਜਣਾ ਔਰ ਬੱਚਿਆਂ ਨੂੰ ਤੁਸੀਂ ਪੜ੍ਹਾਈ ਕਰਾਉਣੀ ਆ, ਇਹਦੇ ਲਈ ਤਜਰਬੇਕਾਰ ਹੋਣਾ ਬਹੁਤ ਜ਼ਰੂਰੀ ਹੈ ਕਿ ਜਾਂ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਇਸ ਬਿਜ਼ਨਸ ਸਾਡਾ ਚੱਲਿਆ ਨਹੀਂ ਤਾਂ ਅਸੀਂ ਇਹ ਚਲਾ ਲਈਏ? ਨਹੀਂ, ਇੱਦਾਂ ਨਹੀਂ ਹੈ। ਸਾਡੇ ਕੋਲ ਜਿਹੜਾ ਸਟਾਫ ਹੈ ਪਹਿਲਾਂ ਹਾਈਲੀ ਕੁਆਲੀਫਾਈਡ, ਐਜ਼ ਆਈ ਸੈਡ ਬਿਫੋਰ, ਠੀਕ ਹੈ, ਉਹ ਬਹੁਤ ਤਰੀਕੇ ਨਾਲ ਮਤਲਬ ਕਿ ਸਟੱਡੀ ਕਰਾ ਰਹੇ ਨੇ ਬੱਚੇ ਨੂੰ, ਇੰਡੀਵਿਜੂਅਲੀ ਵੀ, ਇਨ ਗਰੁੱਪ ਦੇ ਵਿੱਚ ਵੀ। ਅਤੇ ਜਿਹੜਾ ਸਟਾਫ ਸਾਡੇ ਕਾਉਂਸਲਰਸ ਹੈ ਉਹ ਵੀ ਹਾਈਲੀ ਕੁਆਲੀਫਾਈਡ ਹੈਗੇ ਨੇ, ਉਹ ਪ੍ਰੋਪਰ ਤੁਹਾਨੂੰ ਗਾਈਡੈਂਸ ਦੇਣਗੇ ਇਸ ਚੀਜ਼ ਲਈ। ਸੋ ਬੈਟਰ ਇਹ ਹੈ ਕਿ ਆਪਾਂ ਪਹਿਲਾਂ ਮਿਲੀਏ,
ਫਿਰ ਖੁਦ ਡਿਸਾਈਡ ਕਰੀਏ ਇਸ ਚੀਜ਼ ਲਈ। ਜੀ ਮੈਂ ਚਾਹਾਂਗੀ ਕਿ ਤੁਸੀਂ ਇੱਥੋਂ ਦਾ ਐਡਰੈਸ ਔਰ ਫੋਨ ਨੰਬਰ ਦੇ ਦਿਓ ਤਾਂ ਕਿ ਲੋਕ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ, ਪੰਜਾਬ ਦੇ ਬਹੁਤ ਸਾਰੇ ਬੱਚੇ ਨੇ ਜਿਹੜੇ ਇੱਥੋਂ ਨਿਰਾਸ਼ ਹੋ ਚੁੱਕੇ ਨੇ, ਕਹਿੰਦੇ ਕਿ ਸਾਡਾ ਵਿਦੇਸ਼ ਜਾ ਕੇ ਸਾਡਾ ਸਭ ਕੁਝ ਸੈੱਟ ਹੋ ਜਾਣਾ ਹੈ, ਤਾਂ ਆਪਣਾ ਫੋਨ ਨੰਬਰ ਔਰ ਐਡਰੈਸ ਜਿਹੜਾ ਜ਼ਰੂਰ ਦੇ ਦਿਓ ਜੀ। ਤੇ ਜੋ ਸੈਂਟਰ ਦਾ ਨਾਂ ਆਪਣਾ ਹੈਗਾ ਜੀ ਈਵੈਲਕਨ ਇੰਸਟੀਚਿਊਟ ਆਫ ਇਮੀਗ੍ਰੇਸ਼ਨ ਐਂਡ ਫੋਰਨ ਲੈਂਗੁਏਜਸ, ਜੋ ਕਿ ਹੈਬੋਵਾਲ ਮੇਨ ਰੋਡ ਤੇ ਹੈ, ਨੀਅਰ ਕਾਲੀ ਮਾਤਾ ਮੰਦਿਰ ਸਟਾਰ ਕੰਪਲੈਕਸ ਅਬਵ ICICI ਬੈਂਕ। ਤੇ ਤੁਸੀਂ ਇੱਥੇ ਆ ਕੇ ਸਾਨੂੰ ਮਿਲ ਸਕਦੇ ਹੋ, ਉਹ ਤੁਹਾਡੇ ਸਕਰੀਨ ਤੇ ਤੁਹਾਡੇ ਫੋਨ ਨੰਬਰ ਡਿਸਪਲੇ ਹੋਣਗੇ, ਤੁਸੀਂ ਉੱਤੇ ਕਾਲ ਕਰ ਸਕਦੇ ਹੋ। ਜੀ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ, ਸੌਰਭ ਜੀ, ਔਰ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਕਿ ਵਿਦਿਆਰਥੀਆਂ ਦੇ ਲਈ ਕੁਝ ਚੰਗਾ ਲੈ ਕੇ ਆਈ ਹੋ, ਕਿਉਂਕਿ ਵਿਦਿਆਰਥੀ ਤੁਹਾਡੇ ਜੇ ਭਰੋਸਾ ਜਤਾਉਣ ਤਾਂ ਉਹ ਨਿਰਾਸ਼ ਨਹੀਂ, ਉਹ ਖੁਸ਼ੀ ਹੋ ਕੇ ਜਾਣ ਤੇ ਔਰ 4 ਬੰਦਿਆਂ ਨੂੰ ਹੋਰਨ ਲੈ ਕੇ ਆਉਣ ਕਿ ਤੁਸੀਂ ਏਵਲਕਨ ਦੇ ਕੋਲ ਜਾਓ ਐਂਡ ਖੁਸ਼ੀਆਂ ਪਾਓ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਸਨ ਸਾਡੇ ਨਾਲ ਜਸਵਿੰਦਰ ਔਰ ਸੌਰਭ ਰਾਣਾ। ਤੇ ਤੁਸੀਂ ਇੱਕ ਵਾਰ ਜੇਕਰ ਭਰੋਸਾ ਜਤਾਉਣਾ ਚਾਹੁੰਦੇ ਹੋ, ਬਹੁਤ ਸਾਰੇ ਜਿਹੜੇ ਪੰਜਾਬੀ ਨੇ, ਪੰਜਾਬੀਆਂ ਦੇ ਬੱਚੇ ਨੇ, ਬਾਹਰ ਜਾਣਾ ਚਾਹੁੰਦੇ ਨੇ, ਤਾਂ ਇੱਕ ਵਾਰ ਜ਼ਰੂਰ ਆਇਓ, ਥੋੜਾ ਭਰੋਸਾ ਅਜਮਾਇਓ। ਔਰ ਪਹਿਲੀ ਗੱਲ ਖਾਸ, ਬਾਹਰ ਜਾਣ ਵਾਲਾ ਛੱਡੋ, ਜਿਹੜੇ ਬੱਚੇ ਚਾਹੁੰਦੇ ਨੇ ਕਿ ਸਾਡੀ ਇੰਗਲਿਸ਼ ਵਧੀਆ ਹੋਵੇ, ਅਸੀਂ ਇੰਗਲਿਸ਼ ਤੋਂ ਮਾਰ ਖਾ ਰਹੇ ਹਾਂ, ਸਾਨੂੰ ਇੰਗਲਿਸ਼ ਨਹੀਂ ਆਉਂਦੀ ਹੈ, ਨਿਰਾਸ਼ ਹੋ ਕੇ ਕਿਤਾਬਾਂ ਮੂੰਹ ਤੇ ਰੱਖ ਕੇ ਬੈਠ ਜਾਂਦੇ ਹੋ, ਤਾਂ ਇੱਕ ਵਾਰ ਇੱਥੇ ਜ਼ਰੂਰ ਆਇਓ, ਇੱਕ ਵਾਰੀ ਪੜ੍ਹਿਓ ਜ਼ਰੂਰ ਆ ਕੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਫੀਸ ਵੀ ਕੁਛ ਇੰਨੀ ਜ਼ਿਆਦਾ ਨਹੀਂ ਹੈ, ਫੀਸ ਵੀ ਬਹੁਤ ਘੱਟ ਲੈਂਦੇ ਨੇ ਔਰ ਬਹੁਤ ਸਾਰੇ ਬੱਚਿਆਂ ਦੀ ਮਦਦ ਵੀ ਕਰਨਗੇ ਜਿੱਥੇ ਉਹਨਾਂ ਨੂੰ ਲੋੜ ਪਈ ਕਿ ਬੱਚੇ ਘਰ ਤੋਂ ਜਿਹੜੇ ਠੀਕ ਨਹੀਂ ਹੈਗੇਗੇ, ਬਹੁਤ ਸਾਰੇ ਵਿਦਿਆਰਥੀ ਗਰੀਬ ਘਰਾਂ ਤੋਂ ਹੁੰਦੇ ਨੇ, ਤਾਂ ਉਹਨਾਂ ਦੇ ਲਈ ਵੀ ਕੁਝ ਰਿਆਇਤਾਂ ਇਹ ਦੇ ਰਹੇ ਨੇ। ਤਾਂ ਜੇਕਰ ਤੁਸੀਂ ਆਉਣਾ ਚਾਹੁੰਦੇ, ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗੀ ਕਿ ਜਿਹੜੇ ਬੱਚੇ ਇੰਗਲਿਸ਼ ਸਿੱਖਣਾ ਚਾਹੁੰਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਕੂਲਾਂ 'ਚ ਜਾਂ ਸਾਨੂੰ ਕਾਲਜ ਇੰਨੀ ਵਧੀਆ ਜਿਹੜੀ ਹੈ ਅਸੀਂ ਇੰਗਲਿਸ਼ ਨਹੀਂ ਸਿੱਖ ਪਾਏ, ਤਾਂ ਸਾਨੂੰ ਲੋੜ ਹੈ ਅਸੀਂ ਆਪਣੀ ਗ੍ਰਾਮਰ ਨੂੰ ਵਧੀਆ ਕਰ ਸਕੀਏ, ਤਾਂ ਜ਼ਰੂਰ ਇੱਕ ਵਾਰ ਏਵਲਕਨ ਆਇਓ ਔਰ ਸਾਰਿਆਂ ਦੇ ਇੱਥੇ ਆ ਕੇ ਕਲਾਸ ਇੱਕ ਜ਼ਰੂਰ ਲਾ ਕੇ ਜਾਇਓ, ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਲਈ ਬਹੁਤ ਕੁਝ ਨਵਾਂ ਆਇਆ ਹੋਇਆ ਹੈ। ਸੋ ਤੁਸੀਂ ਦੱਸ ਸਕਦੇ ਹੋ, ਤਾਂ ਇੱਕ ਵਾਰੀ ਇਹਨਾਂ ਨੰਬਰਾਂ 'ਤੇ ਜਿਹੜਾ ਤੁਸੀਂ ਕਾਲ ਵੀ ਕਰ ਸਕਦੇ ਹੋ, ਇਹਨਾਂ ਨੂੰ ਫੋਨ ਕਾਲ ਕਰੋ, ਇਹਨਾਂ ਤੋਂ ਸੰਪਰਕ ਕਰੋ ਔਰ ਉਸ ਤੋਂ ਬਾਅਦ ਇੱਕ ਵਾਰ ਗੇੜਾ ਮਾਰ ਕੇ ਜਾਓ ਔਰ ਆਪਣੇ ਜਿਹੜੇ ਭਵਿੱਖ ਨੂੰ ਉਜਵਲ ਬਣਾ ਸਕਦੇ ਹੋ। ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆ ਗਿਆ ਸਹਿਯੋਗੀ ਵਿੱਕੀ ਔਰ ਹੈਪੀ ਗਰੇਵਾਲ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।